सत श्री अकाल जी। तुसी देख रहे हो टूडे 7 न्यूज़। ਪੈਟਰੋਲ ਅਤੇ ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਵਿੱਚ ਸਮਰਾਲਾ ਵਿਖੇ ਇੱਕ ਟਰੈਕਟਰ ਮਾਰਚ ਕੱਢਿਆ ਗਿਆ। ਇਹ ਮਾਰਚ ਮਾਲਵਾ ਕਾਲਜ ਬੋਦਲੀ ਤੋਂ ਸ਼ੁਰੂ ਹੋ ਕੇ ਸਮਰਾਲਾ ਦੇ SDM ਦਫ਼ਤਰ ਵਿਖੇ ਜਾ ਕੇ ਖਤਮ ਹੋਇਆ। इस दौरान रस्सा पा के ट्रैक्टर खिंच के SDM दफ्तर तक ले जाया गया। आओ तुहानूं दिखाने आ साडे पत्रकार परमिंदर वर्मा की रिपोर्ट। राजेव साहब की अज प्रोग्राम हैगा तुहाडा? इस तरह जी भी डीजल और पेट्रोल के रेट लगातार बढ़ते जा रहे हैं। इस वेले किसान झोना ला रहे हैं, ना तो बिजली सप्लाई आ रही है। सरकार भावें दावा करती है भी असीं 8 घंटे बिजली सप्लाई देने, 4 घंटे तो बाद बिजली सप्लाई नहीं आ रही। और जे किते फ्यूज़ उड़ जे या कुछ कोई फॉल्ट पै जे तो बिजली वालियां दा जिहड़ा दूजा टैक्स है वो अड्ड नहीं साह लैण दे रहा। तो आम आदमी की पहुँच तो बाहर हो गया डीजल भी पेट्रोल भी। महंगाई ये लगातार बढ़ रही है। खेती सैक्टर डुबदा जा रहा है, ट्रांसपोर्ट डुबदी जा रही है, इंडस्ट्री डुबदी जा रही है। हर सैक्टर नूं इहने प्रभावित किया बुरी तरह। ते और सरकार नूं अपना खजाना भरन दी पई है। सरकारां लोकां लई हुंदियां, जे सरकार लोकां तो संवेदनहीन हो जाण तां लोकां विच गुस्सा वधदा जिहड़ा वो बड़ा खतरनाक हुंदा है समाज ਲਈ ਤੇ देश ਲਈ। ਤੇ ਅੱਜ ਦੀ ਤਰੀਕ ਵਿੱਚ ਸਟੇਟ ਦਾ ਵੈਟ ਤੇ ਸੈਂਟਰ ਦੀ ਐਕਸਾਈਜ਼ ਡਿਊਟੀ ਕੁੱਲ ਮਿਲਾ ਕੇ 94% ਤੋਂ ਉੱਤੇ ਹੈ, ਦੋਨੋਂ ਚੀਜ਼ਾਂ ਮਿਲਾ ਕੇ। ਤੇ ਇਹਦਾ ਮਤਲਬ ਸਰਕਾਰ ਨੇ ਜਾਣਬੁੱਝ ਕੇ ਆਪਣੀ ਕਮਾਈ ਵਾਸਤੇ ਦੁੱਗਣੇ ਕੀਤੇ ਹੋਏ ਡੀਜ਼ਲ ਤੇ ਪੈਟਰੋਲ ਦੇ। ਆਮ ਆਦਮੀ ਦਾ ਨੱਕ 'ਚ ਦਮ ਆਇਆ ਪਿਆ। ਇੱਦਾਂ ਨਾ ਤਾਂ ਆਹ ਝੋਨੇ ਦੀ ਫਸਲ ਸਿਰੇ ਚੜ੍ਹਨੀ ਹੈ, ਜੇ ਇਹ ਸਿਰੇ ਨਾ ਚੜ੍ਹੀ ਤਾਂ ਫਿਰ ਜਿਹੜਾ ਕੁਝ ਦੇਸ਼ ਦਾ ਹਾਲ ਹੋਏਗਾ ਉਹ ਵੀ ਆਪਾਂ ਸਾਰੇ ਅੰਦਾਜ਼ਾ ਲਾ ਸਕਦੇ ਹਾਂ। ਅਸੀਂ ਅੱਜ ਇਸ ਗੱਲ 'ਤੇ ਪ੍ਰੋਟੈਸਟ ਕਰਨ ਜਾ ਰਹੇ ਹਾਂ, ਸ਼ੁਰੂ ਕਰਨ ਲੱਗੇ ਹਾਂ ਪੰਜਾਬ 'ਚੋਂ ਪ੍ਰੋਟੈਸਟ ਕਰਨੇ ਇਸ ਤਰ੍ਹਾਂ ਦੇ। ਔਰ ਆਸ ਕਰਾਂਗੇ ਵੀ ਸਾਰੇ ਦੇਸ਼ ਵਿੱਚ ਇੱਦਾਂ ਸਰਕਾਰ ਦੀ ਜਿਹੜੀ ਕੁੰਭਕਰਨੀ ਨੀਂਦ ਆ ਉਹਨੂੰ ਜਗਾਉਣ ਤੋਂ ਉਹਨੂੰ ਇਸ ਗੱਲ ਲਈ ਮਜਬੂਰ ਕਰਨ ਲਈ ਵੀ ਤੁਸੀਂ ਲੋਕਾਂ ਦਾ ਸੋਚੋ। ਲੋਕਾਂ ਦੀ ਸਰਕਾਰ ਹੈ, ਲੋਕਾਂ ਵਾਸਤੇ ਬਣੀ ਹੈ। ਲੋਕਾਂ ਨੂੰ ਇਸ ਤਰ੍ਹਾਂ ਨਾ ਮਾਰੋ, ਦੇਸ਼ ਨੂੰ ਬਰਬਾਦ ਨਾ ਕਰੋ, ਆਪਣੇ ਖਜ਼ਾਨੇ ਭਰਨੇ ਬੰਦ ਕਰੋ। ਪਹਿਲਾਂ ਲੋਕਾਂ ਦਾ ਖਿਆਲ ਕਰੋ, ਆਪਣੇ ਰੇਟ ਜਿਹੜੇ ਨੇ ਡੀਜ਼ਲ ਔਰ ਪੈਟਰੋਲ ਦੇ ਘਟਾ ਕੇ ਅੱਧ 'ਚ ਲਿਆਓ। ਸਾਰਾ ਵੈਟ ਔਰ ਐਕਸਾਈਜ਼ ਇਹ ਤੋਂ ਖਤਮ ਕਰੋ। ਹੋਰ ਤੁਹਾਡੇ ਬੜੇ ਰਿਸੋਰਸਿਸ ਨੇ, ਉੱਧਰੋਂ ਆਪਣੀ ਕਮਾਈ ਕਰੀ ਜਾਓ, ਪਰ ਆਮ ਆਦਮੀ ਦਾ ਜਿਉਣਾ ਦੁੱਭਰ ਨਾ ਕਰੋ। ਇਹਦੇ ਲਈ ਅੱਜ ਅਸੀਂ ਪ੍ਰੋਟੈਸਟ ਵਜੋਂ ਇੱਥੇ ਟਰੈਕਟਰਾਂ 'ਤੇ ਕੁਝ ਲੋਕ ਸਾਈਕਲਾਂ 'ਤੇ ਵੀ ਸ਼ਾਇਦ ਆਉਣਗੇ, ਕੁਝ ਮੋਟਰਸਾਈਕਲਾਂ 'ਤੇ ਆਉਣਗੇ। ਇਹਦੇ ਵਿਰੋਧ ਵਿੱਚ ਅਸੀਂ ਇੱਥੋਂ ਮੈਮੋਰੈਂਡਮ ਦਿਆਂਗੇ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਦੇ ਨਾਂ ਥਰੂ SDM ਸਮਰਾਲਾ। ਇਹਦੇ ਲਈ ਇਕੱਠੇ ਹੋ ਰਹੇ ਹਾਂ। ਤੇ ਪੰਜਾਬ ਦੇ ਆਲੇ ਦੁਆਲੇ ਦੇ ਸੂਬਿਆਂ ਦੇ ਵਿੱਚ ਪੈਟਰੋਲ ਡੀਜ਼ਲ ਦੇ ਪ੍ਰਾਈਸ ਪੰਜਾਬ ਨਾਲੋਂ ਘੱਟ ਹੈ, ਤੇ ਪੰਜਾਬ ਸਰਕਾਰ ਕਿਉਂ ਨਹੀਂ ਘਟਾ ਰਹੀ ਹੈ? ਨਹੀਂ, ਉਹ ਜਿਹੜਾ ਡਿਫਰੈਂਸ ਹੈ ਉਹ ਸਾਰਾ ਵੈਟ ਦਾ ਰੇਟ ਆਫ ਵੈਟ ਜਿਹੜਾ ਫ਼ਰਕ ਹੈ, ਕਿਸੇ 'ਚ ਵੱਧ ਹੈ ਕਿਸੇ 'ਚ ਘੱਟ ਹੈ। ਕਈ ਸਟੇਟਾਂ 'ਚ ਰਾਜਸਥਾਨ 'ਚ ਇਹਦੇ ਨੂੰ ਵੀ ਵੱਧ ਹੈ, ਮਹਾਰਾਸ਼ਟਰ 'ਚ ਵੀ ਵੱਧ ਹੈ, ਹਰਿਆਣੇ ਵਿੱਚ ਸਾਡੇ ਨਾਲੋਂ ਘੱਟ ਹੈ, UT ਚੰਡੀਗੜ੍ਹ ਦੇ ਵਿੱਚ ਬਹੁਤ ਘੱਟ ਹੈ। ਪਰ ਜੇ ਉਹ ਘੱਟ ਵੀ ਆ ਉਹ ਵੀ ਕਿਹੜਾ ਕਿਸ ਬੰਦੇ ਦੀ ਪੇਇੰਗ ਕਪੈਸਿਟੀ ਦੇ ਅੰਦਰ ਹੈ। UP ਇੱਥੇ UT ਚੰਡੀਗੜ੍ਹ ਚਲੇ ਜਾਓ, ਉੱਥੇ 2 ਰੁਪਏ 70 ਪੈਸੇ ਦਾ ਸਸਤਾ ਹੈ ਇੱਥੇ ਨਾਲੋਂ। ਜੇ ਉਹਨਾਂ ਨੂੰ 90 ਰੁਪਏ ਮਿਲਦਾ, 90 ਰੁਪਏ ਡੀਜ਼ਲ ਜੀ ਮੈਨੂੰ ਸਮਝ ਨਹੀਂ ਆਉਂਦੀ। ਇੱਥੇ ਅਸੀਂ ਦੇਖਦੇ ਰਹੇ ਹਾਂ ਜਦੋਂ ਦਾ ਇਹ ਹਰਾ ਇਨਕਲਾਬ ਆਇਆ ਉਦੋਂ ਤੋਂ, ਜਦੋਂ ਝੋਨਾ ਲੱਗਦਾ ਸੀ ਕਿਸਾਨਾਂ ਦੇ ਪਿੱਛੇ ਟਰੈਕਟਰਾਂ ਦੇ ਟਰਾਲੀਆਂ 'ਚ ਢੋਲ ਰੱਖੇ ਹੁੰਦੇ ਸੀ ਡੀਜ਼ਲ ਦੇ ਭਰਾਉਣ ਨੂੰ। ਹੁਣ ਤੁਹਾਨੂੰ ਢੋਲ ਨਜ਼ਰ ਨਹੀਂ ਆਊਗਾ ਕਿਸੇ ਟਰੈਕਟਰ 'ਤੇ। 19,000 ਦਾ ਢੋਲ ਭਰਦਾ ਜੀ। ਕਿਹਦੀ ਕਪੈਸਿਟੀ ਹੈ 19,000 ਰੁਪਏ ਖਰਚ ਕੇ? ਫਿਰ 2 ਦਿਨ ਢੋਲ ਖੜਦਾ ਨਹੀਂ ਹੈ ਜਿੰਨੀ ਗਰਮੀ ਪੈਂਦੀ ਹੈ। ਇਹ ਮਾਰ ਦੇਣ ਵਾਲੀ ਗੱਲ ਹੈ ਨਾ। ਕਿ ਕਿਸਾਨ ਯੂਨੀਅਨ ਬਿਜਲੀ ਦੇ ਭਾਅ ਜਿਹੜੇ ਵਧੇ ਹੋਏ ਉਹਦੇ ਅਗੇਂਸਟ ਵੀ ਪ੍ਰੋਟੈਸਟ ਕਰੇ। ਦੇਖੋ ਜੀ, ਬਿਜਲੀ ਦੇ ਰੇਟ ਉਹ ਇੱਕ ਆਮ ਕੰਜ਼ਿਊਮਰ ਵਾਂਗ ਨੇ। ਖੇਤੀ ਵਾਸਤੇ ਬਿਜਲੀ ਫ੍ਰੀ ਹੈ। ਆਮ ਕੰਜ਼ਿਊਮਰ ਨੂੰ ਵੀ ਬਾਹਰ ਨਿਕਲਣਾ ਚਾਹੀਦਾ, ਸਾਰਿਆਂ ਨੂੰ ਨਿਕਲਣਾ। ਇਹ ਹਰ ਪਾਸੇ ਮੁਸ਼ਕਿਲ ਇਹ ਹੋ ਗਈ ਵੀ ਸਰਕਾਰਾਂ ਨੇ ਰਾਜਨੀਤੀ ਨੂੰ ਬਣਾ ਲਿਆ ਵਪਾਰ, ਸੇਵਾ ਸੁਭਾ ਕੋਈ ਰਹੀ ਨਹੀਂ। ਔਰ ਮੈਨੂੰ ਤਾਂ ਇੱਦਾਂ ਲੱਗਦਾ ਕਈ ਵਾਰੀ ਇੱਦਾਂ ਦੇ ਹਾਲਾਤ ਹੋ ਗਏ, ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈ ਆ ਸਾਰੇ ਚੁੱਪ ਨੇ। एडा वड्डा मुद्दा है, किसान उत्थे धरने ते बैठे ने, इन्हां नूं इत्थे वोटां दी पई है।
ਲੋਕਾਂ ਦਾ ਜਿਉਣਾ ਦੁੱਭਰ ਹੋਇਆ, ਡੀਜ਼ਲ ਪੈਟਰੋਲ ਦੇ ਨਾਲ ਮਹਿੰਗਾਈ ਵਧੀ ਜਾ ਰਹੀ ਹੈ। ਇਹਨਾਂ ਦੇ ਸਾਹਮਣੇ ਮੁੱਦਾ ਹੀ ਨਹੀਂ ਹੈ। ਕੋਈ ਪੋਲੀਟੀਕਲ ਪਾਰਟੀ ਦੇ ਸਾਹਮਣੇ ਇਕਨੋਮਿਕ ਇਸ਼ੂਜ਼ ਖਤਮ ਹੀ ਹੋ ਗਏ। ਉਹ ਇੱਕ ਦੂਜੇ ਨੂੰ ਗਾਲਾਂ ਕੱਢ ਕੇ ਆਪਣਾ ਕੇਡਰ ਬਣਾਇਆ ਹੋਇਆ, ਪੱਕਾ ਵੱਜਾ ਹੋਇਆ, ਭਾਵੇਂ ਉਹ ਵੀ ਦੁਖੀ ਹੋਵੇ ਅੰਦਰੋਂ, ਪਰ ਪਾਰਟੀ ਦੇ ਸੱਦੇ ਤੇ ਉਹ ਵੀ ਬਾਹਰ ਪਾਰਟੀ ਦੇ ਨਾਲ ਨਿਕਲ ਆਉਂਦਾ, ਮੁੱਦਿਆਂ 'ਤੇ ਕੋਈ ਗੱਲ ਨਹੀਂ ਕਰਦਾ। ਰਾਜਾ ਸਾਹਿਬ, ਇਸ ਤੋਂ ਬਿਨਾਂ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ, ਸਿਆਸੀ ਪਾਰਟੀਆਂ ਨੇ ਜਿਹੜੀਆਂ ਇਸ ਟਾਈਮ ਸਿਰਫ ਆਪਣੇ ਵੋਟ ਬੈਂਕ ਦਾ ਮੁੱਦਾ ਲੈ ਕੇ ਜਾ ਰਹੀਆਂ ਨੇ, ਜਦਕਿ ਹੁਣ ਕਿਸਾਨ ਉੱਥੇ ਬੈਠੇ ਨੇ। 7 ਮਹੀਨੇ ਕਿਸਾਨ ਕੁਝ ਇਸ ਤਰ੍ਹਾਂ ਦਾ ਕਰਨਗੇ ਪੰਜਾਬ ਦੇ ਵਿੱਚ ਵੀ ਲੋਕਾਂ ਨੂੰ ਕੁਝ ਸਿਆਸੀ ਪਾਰਟੀਆਂ ਤੋਂ ਰਾਹਤ ਮਿਲ ਸਕੇ, ਕੋਈ ਕਿਸਾਨ ਅੱਗੇ ਆਉਣਗੇ। ਕਿਸਾਨਾਂ ਨੇ ਤਾਂ ਸਾਰਾ ਕੁਝ ਦੇਖ ਲਿਆ ਕਿੰਨੀ ਦਿੱਕਤ ਹੈ, ਕਿਸਾਨ ਆਪਣੀ ਕੋਈ ਪਾਰਟੀ ਬਣਾਉਣ ਦੀ ਤਿਆਰੀ 'ਚ ਹੈਗੇ? ਨਹੀਂ, ਇਸ ਤਰ੍ਹਾਂ ਦੀ ਕੋਈ ਨਹੀਂ। ਹਾਂ, ਇੱਕ ਅਸੀਂ ਗੱਲ ਜ਼ਰੂਰ ਕਹਿਣੀ ਸ਼ੁਰੂ ਕੀਤੀ ਹੈ ਸਾਰੇ ਲੋਕਾਂ ਨੂੰ, ਭਈ ਜਿਸ ਤਰ੍ਹਾਂ ਦਾ ਪੋਲੀਟੀਕਲ ਸਿਸਟਮ ਬਣ ਗਿਆ ਸਾਡੇ ਦੇਸ਼ ਵਿੱਚ, ਇੱਥੇ ਲੋਕ ਇਨਵੈਸਟਮੈਂਟ ਕਰਦੇ ਨੇ, ਬਾਅਦ 'ਚ ਕਮਾਈ ਕਰਦੇ ਨੇ। ਮੈਨੂੰ ਇੱਕ ਦਿਨ ਕੋਈ ਸੱਜਣ ਮਿਲਿਆ, ਕਹਿੰਦਾ ਮੇਰਾ 8 ਕਰੋੜ ਇੱਕ ਪਾਸੇ ਕੱਢਿਆ ਪਿਆ ਅਸੈਂਬਲੀ ਇਲੈਕਸ਼ਨ 'ਤੇ ਖਰਚ ਕਰਨ ਲਈ, ਅਤੇ ਫਿਰ ਉਹ ਕਹਿੰਦਾ ਵੀ ਜੇ 10 ਵੀ ਹੋਇਆ 10 ਵੀ ਮੈਂ ਖਰਚ ਦੇਣਾ। ਅਤੇ ਮੈਂ ਸੋਚੀ ਪੈ ਗਿਆ, ਆ ਕੇ ਸੋਚਾਂ ਵੀ ਜਿਹੜਾ ਬੰਦਾ ਇਹ 10 ਕਰੋੜ ਰੁਪਈਆ ਅੱਜ ਅਸੈਂਬਲੀ ਇਲੈਕਸ਼ਨ ਲਈ ਖਰਚਣ ਨੂੰ ਕਹਿੰਦਾ, ਜੇ ਬਣ ਗਿਆ ਤਾਂ 10 ਅਗਲਾ ਵੀ ਕਮਾਊ, 10 ਹੋਣ ਵਾਲਾ ਕਮਾਊ, 20 ਕਮਾਊ। ਲੋਕਾਂ ਦਾ ਕੀ ਕਰੂ ਇਹ? ਫਿਰ ਤਾਂ ਉਹੀ ਸਿਸਟਮ ਚੱਲੂਗਾ। ਰੇਤੇ ਦੀਆਂ ਖੱਡਾਂ ਲੁੱਟ ਲਓ, ਸ਼ਰਾਬ ਦੇ ਠੇਕਿਆਂ 'ਚੋਂ ਲੁੱਟ ਲਓ, ਟਰਾਂਸਪੋਰਟ 'ਚੋਂ ਲੁੱਟ ਲਓ, ਥਾਣਿਆਂ 'ਚੋਂ ਲੁੱਟ ਲਓ, ਜਿੱਥੇ ਦਾ ਲੱਗਦਾ ਲੋਕਾਂ ਨੂੰ ਲੁੱਟ ਲਓ, ਤਾਂ ਫਿਰ ਲੋਕਾਂ ਦੀ ਸੇਵਾ ਤਾਂ ਹੋਣੀ ਨਹੀਂ। ਹਾਂ, ਇਸ ਲਈ ਅਸੀਂ ਇਹ ਜ਼ਰੂਰ ਕਹਿਣ ਲੱਗੇ ਹਾਂ ਲੋਕਾਂ ਨੂੰ ਵੀ ਜੇ ਬਚਾਉਣਾ ਆਪਣੇ ਆਪ ਨੂੰ, ਆਪਣੇ ਭਵਿੱਖ ਨੂੰ ਬਚਾਉਣਾ ਤਾਂ ਜ਼ਰੂਰੀ ਹੈ। ਭਲੇ ਮਾਨਸਾਂ ਦੀ ਕੋਈ ਇੱਥੇ ਕਮੀ ਨਹੀਂ, ਪਰ ਜਿਹੜੇ ਲੋਕਾਂ ਨੇ ਰਿਸ਼ਵਤ ਨਾਲ ਜਾਂ ਗਲਤ ਢੰਗ ਨਾਲ ਪੈਸਾ ਨਹੀਂ ਬਣਾਇਆ, ਉਹ ਆਪਣਾ ਘਰ ਪੱਟਣ ਨੂੰ ਤਿਆਰ ਨੇ। ਜੇ ਲੋਕ ਇਸ ਤਰ੍ਹਾਂ ਆਪੋ ਆਪਣੇ ਹਲਕੇ ਦੇ ਵਿੱਚੋਂ ਇੱਕ ਬੰਦਾ ਵਧੀਆ ਚੁਣਨ, ਇਹਨਾਂ ਨੂੰ ਮੱਤ ਟਿਕਾਣੇ ਆ ਜਾਊ। ਅੱਜ ਸਿਸਟਮ ਟੋਟਲੀ ਕੋਲੈਪਸ ਹੋ ਗਿਆ, ਕੋਈ ਸੇਵਾ ਸੁਭਾ ਰਹੀ ਨਹੀਂ। ਜਿਹੜੀ ਫਸਟ ਜਨਰੇਸ਼ਨ ਸੀ ਪੋਲੀਟਿਕਸ ਦੇ ਵਿੱਚ, ਉਹਨਾਂ ਨੂੰ ਲੋਕਾਂ ਦੀ ਕੋਈ ਸ਼ਰਮ ਹੁੰਦੀ ਸੀ, ਲੋਕਾਂ ਦੀ ਚਿੰਤਾ ਹੁੰਦੀ ਸੀ। ਇਹਨਾਂ ਨੂੰ ਤਾਂ ਕੋਈ ਲੋਕਾਂ ਦੀ ਚਿੰਤਾ ਹੀ ਹੈ ਨਹੀਂ। ਹਾਂ, ਬਦਲ ਜ਼ਰੂਰ ਲੱਭਣਾ ਚਾਹੀਦਾ, ਲੋਕਾਂ ਨੂੰ ਲੱਭਣਾ ਚਾਹੀਦਾ। ਅਸੀਂ ਕਿਸਾਨ ਜਥੇਬੰਦੀਆਂ, ਅਸੀਂ ਤਾਂ ਅੰਦੋਲਨ 'ਚ ਬੈਠੇ ਹਾਂ। ਸਾਡਾ ਤਾਂ ਇਸ ਵੇਲੇ ਮੱਛੀ ਦੀ ਅੱਖ ਵਾਂਗੂ ਸਾਡਾ ਤਾਂ ਨਿਸ਼ਾਨਾ ਸਾਡੀਆਂ ਮੰਗਾਂ ਨੇ। ਅਸੀਂ ਫਿਲਹਾਲ ਉਹ ਤੋਂ ਇੱਧਰੋਂ ਉੱਧਰ ਬਿਲਕੁਲ ਜਾਣ ਨੂੰ ਤਿਆਰ ਨਹੀਂ। ਕੁਛ ਨਹੀਂ ਕਰ ਸਕਣਗੇ, ਕਿਉਂਕਿ ਪਹਿਲਾਂ 4.5 ਸਾਲ ਕੁਛ ਨਹੀਂ ਕੀਤਾ। 6 ਮਹੀਨੇ ਵਿੱਚ ਹੁਣ ਉਹ ਕੀ ਉਹਨਾਂ ਕੋਲ ਜਾਦੂ ਦੀ ਛੜੀ ਹੈ ਜਿਹੜੇ ਉਹ ਪੂਰੇ ਕਰ ਦੇਣਗੇ? ਇੱਕ ਗੱਲ। ਦੂਸਰੀ, ਮੈਂ ਜਿਹੜੀ ਪਹਿਲਾਂ ਬੇਨਤੀ ਕੀਤੀ, ਤੁਸੀਂ ਗਰਾਊਂਡ ਰਿਐਲਿਟੀ ਨੂੰ ਸਮਝੋ। ਤੁਸੀਂ ਸਾਰੇ ਸੁਸਾਇਟੀ ਵਿੱਚੋਂ ਇੱਦਾਂ ਦਾ ਸਟਾਫ ਹੈ ਕਿਸੇ ਪੋਲੀਟੀਕਲ ਪਾਰਟੀ ਕੋਲ ਜਿਹੜਾ ਸੇਵਾ ਵਾਸਤੇ ਕੰਮ ਕਰਦਾ ਹੋਵੇ? ਇਸ ਦੇ ਰਾਹੀਂ ਨਹੀਂ, ਕਿਤੇ ਨਹੀਂ, ਤੁਹਾਨੂੰ ਲੱਭਦਾ ਨਹੀਂ। ਹਾਂ, ਧੌਂਸ ਜਮਾਉਣ ਵਾਲੇ ਨੇ। ਤੁਸੀਂ ਵੀ ਪਿੱਛੇ ਨੂੰ ਇਕੱਠੇ ਜਿਹੇ ਹੋ ਕੇ ਖੜ੍ਹ ਜਾਓਗੇ ਵੀ ਜੇ ਕਿਤੇ ਮੈਂ ਇਹਦਾ ਟਾਰਗੇਟ ਬਣ ਗਿਆ, ਕਿਤੇ ਮੈਨੂੰ ਰਗੜ ਦੂ। ਤਾਂ ਜੇ ਇੱਦਾਂ ਹੋਣਾ ਹੈ, ਤੁਸੀਂ ਇੱਕ ਲੋਕਾਂ ਦੀ ਆਵਾਜ਼ ਪਹੁੰਚਾਉਣ ਵਾਲਾ ਇੱਕ ਅਹਿਮ ਸੁਸਾਇਟੀ ਦਾ ਹਿੱਸਾ ਹੋ, ਤੁਹਾਨੂੰ ਵੀ ਡਰਾ ਲਿਆ, ਮੀਡੀਆ ਨੂੰ ਵੀ ਡਰਾ ਲਿਆ। ਜੇ ਕੋਈ ਦੇਖਦੇ ਨੇ, ਕੋਈ ਪਰਚਾ ਪਾ ਦੇਣਗੇ, ਕਿਸੇ ਨੂੰ ਕੁੱਟ ਧਰਨਗੇ। ਤਾਂ ਇਹ ਸਿਸਟਮ ਤੋਂ ਨਿਜਾਤ ਪਾਉਣ ਵਾਸਤੇ ਸਾਰੇ ਲੋਕਾਂ ਨੂੰ ਇਹਦੇ 'ਤੇ ਮਿਹਨਤ ਕਰਨੀ ਪਏਗੀ। ਹੁਣ ਉਹ ਜਿਹੜਾ ਰਵਾਇਤੀ ਪੋਲੀਟੀਸ਼ੀਅਨ ਹੈ, ਉਹ ਤੋਂ ਪਿੱਛਾ ਛਡਾਉਣਾ ਪਏਗਾ। ਰਾਜਾ ਸਾਹਿਬ, ਜਿਹੜੇ ਬਿਊਰੋਕਰੇਟਸ ਆ ਰਹੇ ਨੇ, ਜਿਵੇਂ ਪਹਿਲਾਂ ਕਹਿੰਦੇ ਨੇ ਅਸੀਂ ਸੇਵਾ ਕਰ ਰਹੇ ਸੀਗੇ ਕੁਰਸੀਆਂ 'ਤੇ ਬੈਠ ਕੇ, ਫਿਰ ਕੁਰਸੀਆਂ 'ਤੇ ਬਹਿਣਾ ਚਾਹੁੰਦੇ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਵੀ ਲੋਕਾਂ ਦੀ ਸੇਵਾ ਹੋਈ ਕਿ ਦੁਬਾਰਾ ਫਿਰ ਵੀ ਪੈਸੇ ਇਕੱਠੇ ਕਰਨ ਲਈ ਦੁਬਾਰਾ ਇਹਨਾਂ ਸਿਸਟਮ ਆਉਂਦੇ? ਦੇਖੋ, ਸਾਰਾ ਸਿਸਟਮ ਟੁੱਟ ਗਿਆ। ਇਹਨੂੰ ਸਿਸਟਮ ਨੂੰ ਦੁਬਾਰਾ ਰੀਸਟਰਕਚਰ ਕਰਨਾ ਪਏਗਾ। ਸਿਸਟਮ ਵਿੱਚ ਬਿਊਰੋਕ੍ਰੇਸੀ, ਤੁਸੀਂ ਮੈਨੂੰ ਇੱਕ ਦੱਸੋ ਜੀ, ਮੈਂ ਉਸ ਵੇਲੇ ਦਾ ਲੋਕਾਂ ਦੀ ਸੇਵਾ ਕਰਦਾ ਕਿਸਾਨ ਜਥੇਬੰਦੀ 'ਚ, ਜਦੋਂ ਅਸੀਂ ਮੈਮੋਰੈਂਡਮ ਦਿੰਦੇ ਹੁੰਦੇ ਸੀ DC ਨੂੰ, ਇਹ ਸਮਝਦੇ ਸੀ ਉਹਦੇ ਮੂੰਹ ਨਿਕਲਿਆ ਸ਼ਬਦ ਇਲਾਹੀ ਹੈ, ਉਹਨੇ ਮੁੱਕਰਨਾ ਨਹੀਂ ਹੈ। ਜੇ ਉਹਦੇ ਖਿਲਾਫ ਵੀ ਜਾਊਗੀ ਗੱਲ ਐਡਮਿਨਿਸਟ੍ਰੇਸ਼ਨ 'ਚ, ਉਹ ਆਪਣੀ ਗੱਲ ਕਹੀ ਤਾਂ ਮੁੱਕਰਦਾ ਨਹੀਂ। ਹੁਣ ਤਾਂ ਉਹ ਵੀ ਕਲਰਕ ਬਣ ਗਏ। DCਆਂ ਦੇ ਕੋਲ ਵੀ ਕੀ ਹੈ ਜੀ, ਉੱਪਰ ਲੀਡਰਾਂ ਦੇ ਮੂੰਹ ਵੱਲ ਦੇਖਦੇ ਨੇ, ਜਿੱਧਰ ਨੂੰ ਉਹਦਾ ਇਸ਼ਾਰਾ ਉਸ ਪਾਸੇ ਨੂੰ ਚੱਲ ਪੈਂਦੇ ਨੇ। ਉਹ ਕਹਿੰਦੇ ਮੈਂ ਕਿਉਂ ਸਿਆਪਾ ਗੱਲ ਪਾਉਣਾ ਕੋਈ। ਤਾਂ ਅੱਜ ਨਾ ਤਾਂ ਸਰਕਾਰੀ ਮਸ਼ੀਨਰੀ, ਨਾ ਪੋਲੀਟੀਕਲ ਲੀਡਰਸ਼ਿਪ, ਇਹ ਬਹੁਤ ਵੱਡਾ ਇੱਕ ਹਾਥੀ ਹੈ ਜਿਹਦੇ ਨਾਲ ਆਮ ਸਮਾਜ ਨੂੰ ਲੜਨਾ ਪਏਗਾ। ਜਿਹੜਾ ਵਿਗੜਿਆ ਹੋਇਆ ਹਾਥੀ ਹੈ, ਤਾਕਤ ਦੇ ਨਸ਼ੇ 'ਚ ਲੋਕਾਂ ਨੂੰ ਕੁੱਟਣਾ ਸਿੱਖ ਗਿਆ, ਉਹ ਲੋਕਾਂ ਨੂੰ ਲੁੱਟਣਾ ਸਿੱਖ ਗਿਆ। ਇਹ ਤੋਂ ਬਚਣ ਦਾ ਇੱਕੋ ਤਰੀਕਾ ਹੈ ਵੀ ਲੋਕ ਅਵੇਅਰ ਹੋਣ, ਔਰ ਲੋਕ ਸ਼ਰਾਬਾਂ 'ਤੇ ਵੋਟਾਂ ਲੈਣੀਆਂ, ਵੋਟਾਂ ਦੇਣੀਆਂ, ਪੈਸੇ ਨੂੰ ਵੋਟਾਂ ਦੇਣੀਆਂ, ਇਹ ਲੋਕਾਂ ਨੂੰ ਵੀ ਛੱਡਣਾ ਪਊਗਾ। ਕਮੋਡਿਟੀਜ਼ ਐਕਟ ਇਹਨਾਂ ਨੇ ਨਵਾਂ ਬਣਾਇਆ ਹੈ, ਉਹਦੇ ਵਿੱਚ ਮਹਿੰਗਾਈ ਨੂੰ ਚੈੱਕ ਕਰਨ ਦਾ ਸਰਕਾਰ ਨੇ ਆਪਣੇ ਕੋਲ ਕੋਈ ਅਧਿਕਾਰ ਹੀ ਨਹੀਂ ਰੱਖਿਆ। ਇਸੇ ਕਰਕੇ ਅਸੀਂ ਉੱਥੇ ਨਾਅਰਾ ਦਿੱਤਾ ਸੀ, ਗਰੀਬ ਦੀ ਰੋਟੀ ਕਾਰਪੋਰੇਟ ਹਾਊਸ ਦੀ ਉਹਦੇ ਕੋਠੀ ਵਿੱਚ ਅਸੀਂ ਕੈਦ ਨਹੀਂ ਹੋਣ ਦੇਣੀ। ਹਾਲਾਂਕਿ ਉਹਦਾ
ਐਸੈਂਸ਼ੀਅਲ ਕਮੋਡਿਟੀਜ਼ ਐਕਟ ਦਾ ਖੇਤੀ ਨੂੰ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ, ਪਰ ਉਹ ਸਾਡਾ ਇੱਕ ਅਹਿਮ ਮੁੱਦਾ, ਅਸੀਂ ਨਹੀਂ ਛੱਡਣ ਨੂੰ ਤਿਆਰ ਵੀ ਰਹਿਣਾ ਤਾਂ ਇਸ ਸਮਾਜ 'ਚ ਹੈ ਨਾ। ਮਹਿੰਗਾਈ ਹੋ, ਅਸੀਂ ਵੀ ਸਭ ਤੋਂ ਵੱਡੇ ਕੰਜ਼ਿਊਮਰ ਸੋਸਾਇਟੀ ਦਾ ਵੱਡਾ ਹਿੱਸਾ, ਮਹਿੰਗਾਈ ਨੇ ਸਾਨੂੰ ਵੀ ਮਾਰਨਾ ਹੈ। ਇਸ ਕਰਕੇ ਉਹ ਲੜਾਈ ਜਿਹੜੀ ਹੈ ਸਾਰੇ ਲੋਕਾਂ ਦੀ ਹੈ। ਇੱਕ ਗੱਲ ਦੂਸਰੀ, ਅੱਜ ਤੱਕ ਦੁਨੀਆ 'ਚ ਕਦੇ ਕਾਰਪੋਰੇਟ ਹਾਊਸਿਸ ਦੇ ਖਿਲਾਫ ਕੋਈ ਲੜਾਈ ਨਹੀਂ ਹੋਈ। ਸਾਰੀ ਦੁਨੀਆ ਇਹਨੂੰ ਇਸ ਤਰ੍ਹਾਂ ਇੰਪੋਰਟੈਂਸ ਦਿੰਦੀ ਹੈ ਵੀ ਇਹ ਲੜਾਈ ਪਹਿਲੀ ਵਾਰੀ ਕਿਸੇ ਨੇ ਆਵਾਜ਼ ਉਠਾਈ ਹੈ ਕਾਰਪੋਰੇਟ ਹਾਊਸਿਸ ਦੇ ਖਿਲਾਫ। ਕੱਲ੍ਹ ਹੀ ਮੈਨੂੰ ਨਾਂ ਭੁੱਲਿਆ, ਇੱਕ ਕੋਈ ਦੁਨੀਆ ਦਾ ਬੜਾ ਵੱਡਾ ਦਾਰਸ਼ਨਿਕ ਹੈ, ਉਹਦੇ ਸ਼ਬਦ ਜਿਹਨੂੰ ਸਾਡੇ ਦੁਨੀਆ ਦੇ ਅਮਰੀਕਾ ਦਾ ਰਾਸ਼ਟਰਪਤੀ, ਦੁਨੀਆ ਦੇ ਵੱਡੇ ਵੱਡੇ ਲੋਕ ਜਿਹੜੇ ਜਦੋਂ ਉਹ ਬੋਲਦਾ ਉਹਨੂੰ ਸੁਣਦੇ ਨੇ ਧਿਆਨ ਨਾਲ ਵੀ ਉਹ ਕੀ ਕਹਿ ਰਿਹਾ। ਹਾਂਜੀ, ਕੀ ਨਾਮ ਹੈ? ਗਿਆਨੀ ਮਹਿੰਦਰ ਸਿੰਘ ਭੰਗਲਾ, ਸਾਬਕਾ ਪ੍ਰਧਾਨ ਨਗਰ ਕੌਂਸਲ ਸਮਰਾਲਾ। ਤੇ ਅੱਜ ਦਾ ਜੋ ਮਾਰਚ ਹੈ ਇਹ ਰਾਜੇਵਾਲ ਸਾਹਿਬ ਨੇ ਸ਼ੁਰੂਆਤ ਕਰੀ ਹੈ। ਪਿਛਲੇ ਸਮੇਂ ਦੇ ਵਿੱਚ ਵੀ ਰਾਜੇਵਾਲ ਸਾਹਿਬ ਨੇ ਟਰੈਕਟਰਾਂ ਦਾ ਮਾਰਚ ਕਰਕੇ ਉਰੇ ਮਹਿੰਗਾਈ ਦੇ ਖਿਲਾਫ ਮਾਰਚ ਜਿਹੜਾ ਸ਼ੁਰੂ ਕਰਿਆ ਸੀ। ਜਦੋਂ ਜਹਿਦ ਉਹ ਤੋਂ ਬਾਅਦ ਬਾਹਰਲੇ ਮੁਲਕਾਂ ਤੱਕ ਉਹ ਆਵਾਜ਼ ਉਠਾਈ ਲੋਕਾਂ ਨੇ। ਅੱਜ ਵੀ ਇਹ ਸ਼ੁਰੂਆਤ ਹੋ ਰਹੀ ਹੈ ਟਰੈਕਟਰ ਮਾਰਚ ਕਰਕੇ। ਟਰੈਕਟਰਾਂ ਨੂੰ ਮੂਹਰੇ ਬੰਦੇ ਆਪ ਖਿੱਚਣਗੇ ਕਿਉਂਕਿ ਮਹਿੰਗਾਈ ਡੀਜ਼ਲ ਦੀ, ਪੈਟਰੋਲ ਦੀ ਉਹ ਬਹੁਤ ਜ਼ਿਆਦਾ ਹੋ ਗਈ। ਜੋ ਕਿਸਾਨਾਂ ਦੇ ਵਿੱਤੋਂ ਬਾਹਰ ਹੋ ਗਿਆ ਕੰਮ, ਕੋਈ ਵੀ ਪਵਾ ਨਹੀਂ ਸਕਦਾ। ਹੁਣ ਤੁਸੀਂ ਦੇਖੋਗੇ ਕਿ ਜਿਹੜੇ ਅੱਗੇ ਟਰੈਕਟਰਾਂ ਦੇ ਵਿੱਚ ਭਰ ਕੇ ਢੋਲ ਰੱਖੇ ਜਾਂਦੇ ਸੀ ਡੀਜ਼ਲ ਲੈਣ ਵਾਸਤੇ, ਹੁਣ ਕੇਨੀਆਂ ਵਿੱਚ ਲੈ ਕੇ ਆਉਂਦੇ ਨੇ ਕਿਉਂਕਿ 19,000 ਦਾ ਇੱਕ ਢੋਲ ਬਣ ਗਿਆ। ਸੋ ਇਸ ਕਰਕੇ ਮਹਿੰਗਾਈ ਦੇ ਖਿਲਾਫ ਨਾ ਤਾਂ ਪੰਜਾਬ ਦੀ ਸਰਕਾਰ ਬੋਲਦੀ ਹੈ, ਨਾ ਸੈਂਟਰ ਸਰਕਾਰ ਬੋਲਦੀ ਹੈ, ਨਾ ਕੋਈ ਪਾਰਟੀਆਂ ਬੋਲਦੀਆਂ ਨੇ ਇਸ ਮਸਲੇ 'ਚ। ਸੋ ਇਸ ਕਰਕੇ ਕਿਸਾਨ ਯੂਨੀਅਨ ਵੱਲੋਂ ਇਹ ਅੱਜ ਦਾ ਜਿਹੜਾ ਪਹਿਲਾ ਰੋਸ ਮਾਰਚ ਹੈ, ਇਹ ਤੋਂ ਬਾਅਦ ਫਿਰ ਨਹੀਂ ਕੋਈ ਵੱਡਾ ਐਕਸ਼ਨ ਹੈ ਕਿਸਾਨ ਯੂਨੀਅਨ ਵੱਲੋਂ ਲਿਆ ਜਾਵੇਗਾ। ਸੋ ਅੱਜ ਦਾ ਸਾਰੇ ਇਲਾਕੇ ਵੱਲੋਂ ਬਹੁਤ ਸਾਰੇ ਹਜ਼ਾਰਾਂ ਦੀ ਗਿਣਤੀ ਵਿੱਚ ਟਰੈਕਟਰ ਆਏ ਨੇ ਜਿਨ੍ਹਾਂ ਨੇ ਰੋਸ ਮਾਰਚ ਕਰਦੇ ਹੋਏ SDM ਦਫ਼ਤਰ ਤੱਕ ਜਾਣਾ। ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਨੂੰ ਉਹ ਮੈਮੋਰੈਂਡਮ ਦਿੱਤੇ ਜਾਣਗੇ ਅੱਜ ਦੀ ਮਹਿੰਗਾਈ ਦੇ ਸੰਬੰਧ ਵਿੱਚ। ਇਸ ਕਰਕੇ ਅੱਜ ਦਾ ਜਿਹੜਾ ਹੈਗਾ ਰੋਸ ਮਾਰਚ ਹੈ ਟਰੈਕਟਰਾਂ ਰਾਹੀਂ ਕੀਤਾ ਜਾ ਰਿਹਾ। ਜੇ ਕੋਈ ਧਾਰਮਿਕ ਹੋਵੇ ਫਿਰ ਤਾਂ ਬਣਾ ਦਈਏ। ਜਸਪ੍ਰੀਤ ਸਿੰਘ। ਅੱਜ ਦਾ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਵਾਧੀ ਗਿਣਤੀ, ਕਿਸ ਤਰ੍ਹਾਂ ਦਾ ਪ੍ਰੋਟੈਸਟ ਹੋਵੇਗਾ? ਬੜਾ ਯੂਨੀਕ ਕਿਸਮ ਦਾ ਪ੍ਰੋਟੈਸਟ ਹੈ। ਬਹੁਤ ਚਿਰ ਤੋਂ ਲੋਕ ਮਹਿਸੂਸ ਕਰਦੇ ਨੇ, ਤਪ ਰਹੇ ਨੇ ਕਿ ਜਿਹੜੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੇ ਉਹ ਅਸਮਾਨਾਂ ਨੂੰ ਛੂਹ ਰਹੀਆਂ ਨੇ। ਲੋਕਾਂ ਦਾ ਇਹਨਾਂ ਕੀਮਤਾਂ ਦੇ ਵਧਣ ਨਾਲ ਕਚੂਮਰ ਨਿਕਲਿਆ ਪਿਆ। ਖੇਤੀ ਸੈਕਟਰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇੱਕ ਤਾਂ ਲਾਈਟ ਪਿਛਲੇ ਦਿਨਾਂ 'ਚ ਜਿਹੜੀ 8 ਘੰਟੇ ਨਿਰਵਿਘਨ ਸਪਲਾਈ ਦੀ ਗੱਲ ਸਰਕਾਰ ਨੇ ਕੀਤੀ ਸੀ, ਉਹਦੇ 'ਚ ਵੀ ਅੜਿੱਕੇ ਪੈਂਦੇ ਰਹੇ ਨੇ ਪਿੱਛੇ ਜੇ। ਉਹਦੇ ਕਰਕੇ ਲੋਕਾਂ ਨੂੰ ਡੀਜ਼ਲ ਬਹੁਤਾਤ 'ਚ ਖਰੀਦਣਾ ਪਿਆ। ਇਸ ਕਰਕੇ ਖੇਤੀ ਸੈਕਟਰ ਵੀ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਇਸੇ ਕਰਕੇ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਉਹ ਕੀਤਾ ਜਾ ਰਿਹਾ। ਮੁੱਖ ਮੰਤਰੀ ਜੀ ਦੇ ਨਾਂ 'ਤੇ, ਪ੍ਰਧਾਨ ਮੰਤਰੀ ਜੀ ਦੇ ਨਾਂ 'ਤੇ ਮੈਮੋਰੈਂਡਮ ਜਿਹੜਾ ਹੈ SDM ਸਮਰਾਲਾ ਨੂੰ ਸੌਂਪਿਆ ਜਾ ਰਿਹਾ। ਠੀਕ ਹੈ। ਕੀ ਨਾਮ ਹੈ ਜੀ ਤੁਹਾਡਾ? ਮੈਂ ਗੁਰਪ੍ਰੀਤ ਸਿੰਘ ਜੀ। ਗੁਰਪ੍ਰੀਤ ਜੀ, ਜਿਹੜਾ ਅੱਜ ਦਾ ਪ੍ਰੋਟੈਸਟ ਕੀਤਾ ਹੈ ਕਿਉਂ ਕੀਤਾ, ਕੀ ਕਾਰਨ ਹੈ? ਇਹ ਸੈਂਟਰ ਦੀਆਂ ਤੇਲ ਦੀਆਂ ਕੀਮਤਾਂ ਜੋ ਆਮ ਆਦਮੀ ਦੇ ਵੱਸ ਤੋਂ ਬਾਹਰ ਹੋ ਰਹੀਆਂ ਨੇ, ਉਹਦੇ ਰੋਸ ਦੇ ਵਜੋਂ ਅੱਜ ਭਾਰਤੀ ਕਿਸਾਨ ਯੂਨੀਅਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਇਹ ਜਿਹੜਾ ਆਪਣਾ ਰੋਸ ਮਾਰਚ ਕੀਤਾ ਜਾ ਰਿਹਾ। ਕੀ ਮੰਗ ਕਰਦੇ ਹੋ ਕਿ ਸਰਕਾਰ ਤੋਂ ਜਿਹੜਾ ਤੇਲ ਲਗਾਤਾਰ ਵੱਧ ਰਿਹਾ ਹੈ? ਤੇਲ ਦੀਆਂ ਕੀਮਤਾਂ ਨੇ ਜੀ ਪਹਿਲਾਂ ਹੀ ਕਿਸਾਨੀ ਦਾ ਤਾਂ ਕਚੂੰਬਰ ਨਿਕਲਿਆ ਪਿਆ। ਇਹਨਾਂ ਕੀਮਤਾਂ ਨੇ ਤਾਂ ਲੱਕ ਤੋੜ ਦਿੱਤਾ। ਜਿਵੇਂ ਪਹਿਲਾਂ ਦੱਸਿਆ ਸਾਡੇ ਸਾਥੀਆਂ ਨੇ ਵੀ ਲਾਈਟ ਦੀ ਵੀ ਬੜੀ ਸ਼ਾਰਟੇਜ ਆ ਪੰਜਾਬ ਦੇ ਵਿੱਚ। ਸਾਰੇ ਕਿਸਾਨ ਮਹਿੰਗੇ ਭਾਅ ਦੇ ਜਨਰੇਟਰ ਲੈ ਕੇ ਤੇਲ ਫੂਕ ਰਹੇ ਨੇ ਕਿਉਂਕਿ ਕਿਸਾਨੀ ਦਾ ਤਾਂ ਪਹਿਲਾਂ ਹੀ ਲੱਕ ਟੁੱਟਿਆ ਪਿਆ। ਇੰਨਾ ਮਹਿੰਗਾ ਤੇਲ ਫੂਕ ਕੇ ਤਾਂ ਮੈਨੂੰ ਲੱਗਦਾ ਕਿ ਅਗਲੀ ਵਾਰ ਕਿਸਾਨੀ ਇਸ ਦੌਰ ਤੋਂ ਬਾਹਰ ਨਿਕਲ ਜਾਏਗੀ ਕਿਉਂਕਿ ਆਮ ਆਦਮੀ ਦੇ ਵੱਸ ਵਿੱਚ ਇਹ ਗੱਲ ਨਹੀਂ ਰਹੀ ਕਿ ਤੇਲ ਦਾ ਇੰਨਾ ਵਾਧਾ ਹੋ ਗਿਆ। ਇਸ ਲਈ ਅਸੀਂ ਦੋਨਾਂ ਸਰਕਾਰਾਂ ਤੋਂ ਮੰਗ ਕਰਦੇ ਹਾਂ ਕਿ ਤੇਲ ਦੀ ਕੀਮਤਾਂ 'ਤੇ ਕਾਬੂ ਕੀਤਾ ਜਾਵੇ। ਕੀ ਨਾਮ ਹੈ ਜੀ ਤੁਹਾਡਾ? ਆਲਮਦੀਪ ਸਿੰਘ। ਆਲਮਦੀਪ ਜੀ, ਜਿਹੜਾ ਅੱਜ ਦਾ ਪ੍ਰੋਟੈਸਟ ਕੀਤਾ ਜਾ ਰਿਹਾ, ਕੀ ਪ੍ਰੋਟੈਸਟ ਆ, ਕਿਉਂ ਕੀਤਾ ਜਾ ਰਿਹਾ? ਇਹ ਸੰਯੁਕਤ ਕਿਸਾਨ ਮੋਰਚਾ ਜੀ ਕਾਲ ਤੇ ਅਸੀਂ ਅੱਜ ਜਿਹੜਾ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਧੀਆਂ ਨੇ ਉਹਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਾਂ ਕਿਉਂਕਿ ਇਹ ਟਰੈਕਟਰ ਹੁਣ ਸਾਡੇ ਇੰਨੇ ਮਹਿੰਗੇ ਡੀਜ਼ਲ ਹੋਣ ਨਾਲ ਚਲਾਉਣ ਦੇ ਨਹੀਂ ਰਹੇ। ਕੋਈ 90-92 ਰੁਪਏ ਲੀਟਰ ਦਾ ਡੀਜ਼ਲ ਅਸੀਂ ਅਫੋਰਡ ਨਹੀਂ ਕਰ ਸਕਦੇ। ਇਸ ਕਰਕੇ ਕਿਸਾਨੀ ਤਾਂ ਚਾਰ ਸਵੇਰੋਂ ਲੜ ਰਹੀ ਹੈ। ਉੱਧਰੋਂ ਖਾਦਾਂ ਦੇ ਰੇਟ ਵੱਧ ਗਏ, ਇੱਧਰੋਂ ਡੀਜ਼ਲ ਦਾ ਰੇਟ ਵੱਧ ਗਿਆ। ਡੀਜ਼ਲ ਇੱਕ ਇਹੋ ਜਿਹੀ ਚੀਜ਼ ਹੈ ਜਿਹਦੇ ਬਿਨਾਂ ਕਿਸਾਨ ਦਾ ਕੋਈ ਇੰਪਲੀਮੈਂਟ ਕੋਈ ਚੀਜ਼ ਨਹੀਂ ਚੱਲਦੀ। ਜਿਸ ਤਰ੍ਹਾਂ ਹੁਣ ਧਾਨਾਂ ਦਾ ਸੀਜ਼ਨ ਹੈ, ਪਿਛਲੇ ਸੀਜ਼ਨ 'ਚ ਰੇਟ 65 ਰੁਪਏ ਦੇ ਕਰੀਬ ਸੀ, ਹੁਣ ਇਹ 92-93 ਰੁਪਏ ਨੂੰ ਖਰੀਦ ਰਹੇ ਹਾਂ। ਇਹ ਜਿਹੜਾ 27-28 ਰੁਪਏ ਦਾ ਡਿਫਰੈਂਸ ਹੈ ਇਹਨੇ ਕਿਸਾਨੀ ਦੀ ਜਾਨ ਕੱਢ ਲਈ।
ਜਿਹੜਾ ਅੱਜ ਦਾ ਪ੍ਰੋਟੈਸਟ ਹੈ ਫਿਰ ਇਹ ਕਿਵੇਂ ਦਾ ਪ੍ਰੋਟੈਸਟ ਕੀਤਾ ਜਾ ਰਿਹਾ? ਇਹ ਅਸੀਂ ਇਹ ਪ੍ਰੋਟੈਸਟ ਕਰਕੇ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਵੀ ਇਹ ਜਿਹੜੀ ਮਸ਼ੀਨਰੀ ਆ ਸਾਡੇ ਕੋਲੇ, ਅਸੀਂ ਇਹਨੂੰ ਹੁਣ ਇਹ ਚਲਾਉਣ ਯੋਗ ਨਹੀਂ ਰਹੀ, ਤਾਂ ਹੀ ਅਸੀਂ ਰੱਸਿਆਂ ਨਾਲ ਬੰਨ੍ਹ ਕੇ ਟਰੈਕਟਰ ਖਿੱਚਣੇ ਨੇ। ਜੇ ਸਰਕਾਰ ਫਿਰ ਵੀ ਨਹੀਂ ਝੁਕਦੀ ਤਾਂ ਅਗਲੇ ਕਦਮ ਕੀ ਹੋਣਗੇ? ਇਹ ਦੇਖੋ, ਅਸੀਂ ਇਹ ਪ੍ਰੋਟੈਸਟ ਕਰਦੇ ਹਾਂ, ਜੋ ਸੰਯੁਕਤ ਕਿਸਾਨ ਮੋਰਚਾ ਸਾਨੂੰ ਹੁਕਮ ਕਰੂ ਅਸੀਂ ਉਹ 'ਤੇ ਫੁੱਲ ਚੜਾਵਾਂਗੇ। ਕੀ ਨਾਮ ਹੈ ਜੀ? ਸਰਦਾਰ ਜੋਗਿੰਦਰ ਸਿੰਘ ਸੇ ਜੀ। ਅੱਜ ਕਿਸ ਤਰ੍ਹਾਂ ਦਾ ਪ੍ਰੋਟੈਸਟ ਕਰ ਰਹੇ ਹੋ? ਅੱਜ ਇਹ ਜਿਹੜਾ ਡੀਜ਼ਲ ਦਾ ਮਸਲਾ ਹੈਗਾ, ਹਿੰਦੁਸਤਾਨ ਦੀਆਂ ਸਰਕਾਰਾਂ ਨੇ ਜਿਹੜੀਆਂ ਇਹਨਾਂ ਨੇ ਇੱਕ ਤਹੀਆ ਕਰ ਲਿਆ ਕਿ ਕਿਸਾਨੀ ਵਰਗ ਨੂੰ ਅਸੀਂ ਬਿਲਕੁਲ ਡੋਬ ਕੇ ਰੱਖ ਦੇਣਾ ਹੈ। ਜੇ ਉਹ ਕਾਨੂੰਨ ਨੂੰ ਲਾਗੂ ਨਹੀਂ ਹੋਣ ਦੇ ਦਿੱਤਾ, ਅਸੀਂ ਵਿੰਗੇ ਟੇਢੇ ਢੰਗਾਂ ਨਾਲੋਂ ਤੰਗ ਕਰਾਂਗੇ। ਅਸਲ ਮੁੱਦਾ ਤਾਂ ਹੈਗਾ ਇਹ, ਕਿਉਂਕਿ ਇਹਦੇ ਉੱਤੇ ਜਿਹੜਾ ਡੀਜ਼ਲ ਹੈ ਇਹਦੇ ਉੱਤੇ ਇੰਨਾ ਸੈਂਟਰਲ ਐਕਸਾਈਜ਼ ਡਿਊਟੀ ਪੈ ਗਈ ਕਿ ਇਹ ਅੱਜ 91 ਰੁਪਏ ਦੇ ਕਰੀਬ ਲੀਟਰ ਪਹੁੰਚ ਗਿਆ। 91 ਰੁਪਏ ਲੀਟਰ ਡੀਜ਼ਲ ਦਾ ਮਤਲਬ ਹੈ ਕਿ 220 ਲੀਟਰ ਡਰਮ 20,000 ਰੁਪਏ ਦਾ। 20,000 ਰੁਪਏ ਡਰਮ ਹੈ ਜਿਹੜਾ, ਕੋਈ ਵੀ ਟਰੈਕਟਰ 7 ਲੀਟਰ ਤੋਂ ਘੱਟ ਤੇਲ ਨਹੀਂ ਖਾਂਦਾ ਘੰਟੇ 'ਚ। 30 ਘੰਟੇ ਦੇ ਵਿੱਚ 20,000 ਰੁਪਏ ਜ਼ਿਮੀਂਦਾਰ ਕਿਤਨਾ ਖਰਚਾ ਕਰ ਸਕਦਾ ਹੈ? ਮਤਲਬ ਦੂਜਾ ਉੱਤੋਂ ਬਿਜਲੀ ਦਾ ਸੰਕਟ ਪੰਜਾਬ ਦੇ ਵਿੱਚ, ਟੈਂਪਰੇਚਰ ਵੱਧ ਗਿਆ, ਗਰਮੀ ਜ਼ਿਆਦਾ ਹੈ, ਬਿਜਲੀ ਪੂਰੀ ਨਹੀਂ ਹੋ ਰਹੀ, ਜਨਰੇਟਰ ਚੱਲਦੇ ਨੇ, ਮਤਲਬ ਕਰੋੜਾਂ ਰੁਪਏ ਦਾ ਡੀਜ਼ਲ ਇੱਕ ਬਲਾਕ 'ਚ ਡੇਲੀ ਲੱਗ ਰਿਹਾ ਹੈ। ਸਰਕਾਰਾਂ ਅਤੇ ਪੋਲੀਟੀਕਲ ਪਾਰਟੀਆਂ ਸਾਰੀਆਂ ਚੁੱਪ ਨੇ, ਸਿਰਫ ਤਮਾਸ਼ਾ ਦੇਖ ਰਹੇ ਨੇ। ਵੋਟਾਂ ਦਾ ਫਿਕਰ ਤਾਂ ਹੈ ਉਹਨਾਂ ਨੂੰ ਕਿ ਕਿਵੇਂ ਅਸੀਂ ਰਾਜ ਸੱਤਾ ਦੇ ਕਾਬਜ਼ ਹੋਣਾ ਹੈ, ਪਰ ਜਿਨ੍ਹਾਂ ਲੋਕਾਂ ਦੇ ਕਾਬਜ਼ ਕਰਨਾ ਉਹਨਾਂ ਦਾ ਕੋਈ ਚਿੰਤਾ ਨਹੀਂ ਉਹਨਾਂ ਨੂੰ। ਜਿਵੇਂ ਗੱਲ ਕੀਤੀ ਜਾਵੇ ਕਾਂਗਰਸ ਦਾ ਇੱਥੇ ਰਾਜ ਹੈਗਾ ਤੇ ਉਹਨਾਂ ਦਾ ਜਿਹੜਾ ਬੈਟ ਆ 32% ਤਾਂ ਉਹੀ ਪੈਸੇ ਲੈਂਦੇ ਨੇ ਜਿਹੜੇ ਉਹ ਘਟਾ ਦੇਣ ਤਾਂ ਵੀ ਜੇ ਸੈਂਟਰ ਗਵਰਨਮੈਂਟ ਕਿਸਾਨਾਂ ਦੀ ਹਿਤੈਸ਼ੀ ਨਹੀਂ ਤਾਂ ਕਾਂਗਰਸ ਦਾ ਕਹਿੰਦੀ ਹੈ ਹਿਤੈਸ਼ੀ ਪਾਰਟੀਆਂ ਉਹ ਵੀ ਧੱਕਾ ਕਰ ਰਹੀ ਹੈ। ਕੀ ਲੱਗਦਾ ਤੁਹਾਨੂੰ? ਨਹੀਂ, ਕਾਂਗਰਸ ਕੀ ਸਾਰੇ ਕਰ ਰਹੇ ਨੇ ਜੀ। ਅਕਾਲੀ ਦਲ ਵੇਲੇ ਬੈਟ ਲਾਗੂ ਸੀਗਾ, ਅੱਜ ਵੀ ਲਾਗੂ ਹੈ। ਸੈਂਟਰ ਦੇਖੋ, ਇਹਦੇ ਤੇ 56 ਰੁਪਏ ਤਕਰੀਬਨ ਸੈਂਟਰ ਦੀ ਐਕਸਾਈਜ਼ ਡਿਊਟੀ ਹੈ 1 ਲੀਟਰ ਦੇ ਉੱਤੇ। ਤੁਸੀਂ ਸੋਚੋ 56 ਰੁਪਏ 1 ਲੀਟਰ ਕੁਛ ਸਟੇਟ ਦਾ ਹੋ ਗਿਆ, ਇਹਦਾ ਨਾਲ ਡੀਜ਼ਲ ਦਾ 20 ਰੁਪਏ ਲੀਟਰ ਹੋਇਆ, ਫਿਰ ਬਾਕੀ ਲੁੱਟੇ ਹੀ ਗਿਆ ਨਾ। ਫਿਰ ਇਹ ਜੇ ਉਹ 60-70 ਰੁਪਏ ਦੇ ਵਿੱਚੋਂ ਦੋਨੋਂ 50% ਵੀ ਘੱਟ ਕਰ ਦੇਣ ਤਾਂ ਡੀਜ਼ਲ ਦਾ ਰੇਟ 50 ਰੁਪਏ ਘੱਟਦਾ, ਪਰ ਉਹ ਬਚਾਉਣਾ ਨਹੀਂ ਚਾਹੁੰਦੇ। ਕੀ ਮੰਗ ਕਰਦੇ ਹੋ ਤੁਸੀਂ? ਅਸੀਂ ਚਾਹੁੰਦੇ ਕਿਸਾਨ ਆ ਜਿਹੜਾ ਉਹਨੂੰ ਡੀਜ਼ਲ ਸਬਸਿਡੀ ਦਿੱਤਾ ਜਾਵੇ। ਵੈਸੇ ਤਾਂ ਕਿਉਂਕਿ ਜਿਹੜਾ ਡੀਜ਼ਲ ਹੈ ਇਹਦੇ ਨਾਲ ਇਕੱਲਾ ਦੇਖੋ ਕਿਸਾਨ ਨਹੀਂ ਸਫ਼ਰ ਕਰਦਾ, ਇਹਦੇ ਨਾਲ ਟਰਾਂਸਪੋਰਟ ਵੀ ਗਈ, ਬੱਸ ਸਰਵਿਸ ਵੀ ਗਈ, ਲੋਕਾਂ ਦੇ ਜਿਹੜੇ ਆਪਣੇ ਆਪ ਵਹੀਕਲ ਨੇ ਉਹਨਾਂ ਦਾ ਵੀ ਭਾਰ ਪੈਂਦਾ, ਹਰ ਪਰਿਵਾਰ ਦੇ ਉੱਤੇ ਇਹਦੇ ਨਾਲ ਬੋਝ ਪਿਆ। ਇਹਦੇ ਨਾਲ ਮਹਿੰਗਾਈ ਵੱਧਦੀ ਹੈ, ਸਰਕਾਰ ਨੂੰ ਕੋਈ ਚਿੰਤਾ ਨਹੀਂ। ਲੋਕ ਪਿਸ ਰਹੇ ਨੇ, ਮਰ ਰਹੇ ਨੇ, ਅੱਜ ਲੋਕਾਂ ਨੂੰ ਰੋਟੀ ਦੇ ਆਵਾਜ਼ ਆ ਰਹੇ ਲੋਕ, ਉੱਤੋਂ ਇਹ ਖਰਚੇ ਹੋਰ ਵੱਧ ਗਏ, ਬਿਜਲੀ ਦਾ ਸੰਕਟ ਆ ਗਿਆ, ਬਿਜਲੀ ਦੇ ਬਿੱਲ ਬਹੁਤ ਜ਼ਿਆਦਾ ਨੇ ਪੰਜਾਬ ਦੇ ਵਿੱਚ, ਹਰ ਪਾਸਿਓਂ ਪੰਜਾਬ ਦੇ ਲੋਕ ਪਿਸ ਰਹੇ ਨੇ ਤੇ ਸਰਕਾਰਾਂ ਚੁੱਪ ਕਰਕੇ ਤਮਾਸ਼ਾ ਦੇਖ ਰਹੀਆਂ ਨੇ। ਸਾਰਿਆਂ ਨੂੰ ਆਪਣੇ ਰਾਜ ਸੱਤਾ ਦੇ ਕਾਬਜ਼ ਹੋਣ ਦਾ ਫਿਕਰ ਹੈ, ਜਿਨ੍ਹਾਂ ਲੋਕਾਂ ਨੇ ਰਾਜ ਸੱਤਾ ਦੇਣੀ ਹੈ ਉਹਨਾਂ ਦਾ ਕੋਈ ਫਿਕਰ ਨਹੀਂ ਕਿਸੇ ਨੂੰ।